सत श्री अकाल। मैं तुहाडे नाल सुखविंदर सिंह। मेरे नाल भारतीय किसान यूनियन डकौंदा दे सीनियर आगू हरनेक सिंह महमा मौजूद ने। महमा साहब वही आगू ने जिन्हां दी वीडियो पिछले समय दे विच वायरल हुंदी कि सुखबीर सिंह बादल होणां नूं सवाल पुछे। इकल्ली यही नहीं, तकरीबन सारे सियासी लीडरां नूं ਜ਼ਾਬਤੇ ਦੇ ਵਿੱਚ ਰਹਿ ਕੇ जिस तरह के सवाल महमा साहब ਵੱਲੋਂ खड़े ਕੀਤੇ ਜਾਂਦੇ ਨੇ किसानी ਮੁੱਦਿਆਂ ਨੂੰ ਲੈ ਕੇ बड़े गंभीरता ਦੇ ਨਾਲ ਉਹਨਾਂ ਉੱਤੇ ਚਰਚਾ ਵੀ ਹੁੰਦੀ ਹੈ, ਉਹਨਾਂ ਨੂੰ ਸੁਣਿਆ ਵੀ ਜਾਂਦਾ ਹੈ। ਤੁਹਾਡੇ ਤੱਕ ਉਹ ਪਹੁੰਚਾਉਣ ਦੇ ਲਈ ਕਿ ਕਿਸਾਨ ਲੀਡਰ ਪੰਜਾਬ ਦੇ ਆਗੂਆਂ ਨੂੰ, ਪੰਜਾਬ ਦੇ तमाम ਸਿਆਸੀ ਆਗੂਆਂ ਨੂੰ ਕੀ ਸਵਾਲ ਕਰਦੇ ਨੇ, ਉਹਨਾਂ ਦੀਆਂ ਮੰਗਾਂ ਕੀ ਨੇ। ਇਹਦੇ ਵਿਚਾਲੇ ਜਿਹੜਾ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਐਮਐਸਪੀ ਦੇ ਵਿੱਚ ਵਾਧਾ ਕਰ ਦਿੱਤਾ ਜੀ, ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਗਰਦਾਨਣ ਦੇ ਲਈ ਕਣਕ ਦੇ ਵਿੱਚ ਕਣਕ ਦੀ ਫਸਲ ਦੇ ਵਿੱਚ 40 ਰੁਪਏ ਪ੍ਰਤੀ ਕੁਇੰਟਲ, ਸਰੋਂ ਤੇ ਮਸਰ ਵਿੱਚ 400 ਰੁਪਏ ਤੇ ਹੋਰ ਫਸਲਾਂ ਦੇ ਵਿੱਚ ਵੀ ਮਾੜਾ ਮੋਟਾ ਜਿਹੜਾ ਵਾਧਾ ਕੀਤਾ। ਸਰਕਾਰ ਇਹਨੂੰ ਆਪਣੀ ਵੱਡੀ ਪ੍ਰਾਪਤੀ ਗਿਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਿਸਾਨਾਂ ਦੇ ਵਿੱਚ ਇਹਨੂੰ ਲੈ ਕੇ ਕੀ ਚਰਚਾ ਹੈ, ਅਸਲੀਅਤ ਕੀ ਹੈ, ਜ਼ਮੀਨੀ ਪੱਧਰ ਦੇ ਉੱਤੇ ਕਿਸਾਨ ਕੀ ਮੰਗ ਕਰਦੇ ਨੇ, ਐਮਐਸਪੀ ਦਾ ਰੇਟ ਜਾਂ ਸਵਾਲ ਕੀ ਨੇ ਜਿਹੜੀਆਂ तमाम ਸਿਆਸੀ ਧਿਰਾਂ ਨੂੰ 2022 ਚੋਣਾਂ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਹੁੰਦੇ ਰਹਿਣਗੇ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਦਾ ਸੰਕਟ ਜਿਹੜਾ ਉਹ ਅੱਜ ਦਾ ਨਹੀਂ। ਸਵਾਗਤ ਹੈ ਤੁਹਾਡਾ ਮਹਿਮਾ ਸਾਹਿਬ। बहुत बहुत मेहरबानी, धन्यवाद सुखविंदर जी, बहुत बहुत मेहरबानी जी। शुक्रिया ਮਹਿਮਾ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਮੇਰਾ ਸਵਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਸ਼ੁਰੂ ਹੁੰਦਾ ਹੈ, ਜਿਹੜੇ ਸਵਾਲ ਤੁਸੀਂ ਅਕਸਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਦੇ ਹੋ। ਮੈਂ ਚਾਹੁੰਦਾ ਕਿ तमाम ਸਿਆਸੀ ਪਾਰਟੀਆਂ ਦੇ ਲਈ ਤੁਸੀਂ ਕਲੀਅਰ ਕਰੋ, ਉਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਸਵਾਲ ਕੀ ਨੇ, ਕਿਸਾਨਾਂ ਦੇ ਤੋਖਲੇ ਕੀ ਨੇ। देखो जी, पहली गल तो यह आ कि आ जिहड़ा किसान संघर्ष पिछले साल तो स्टार्ट होया, इन्ने लोकां दा जिहड़ा खास करके पंजाबियां दा जां हरियाणवी लोकां दा बौद्धिक चेतना दा जिहड़ा पੱਧਰ है ਉਹਨੂੰ बहुत ਹੁਲਾਰਾ ਦਿੱਤਾ है ਤੇ ਉਹਨੂੰ ਉੱਚੇ ਪੱਧਰ ਤੇ ਪਹੁੰਚਾਇਆ ਜੀ। ਤਾਂ ਉਹਦੇ ਚੱਲਦਿਆਂ ਅੱਜ ਕਿਸਾਨਾਂ ਦੇ ਜਾਂ ਪੰਜਾਬੀਆਂ ਦੇ ਕੁਝ ਨਵੇਂ ਸਵਾਲ ਖੜੇ ਹੋ ਗਏ। ਮੈਨੂੰ ਲੱਗਦਾ ਕਿ ਜਿਹੜੇ ਮਤਲਬ ਅੱਜ ਹੁਣ ਕਿਸਾਨਾਂ ਦੇ ਜਿਹੜੇ ਸਵਾਲ ਖੜੇ ਹੋਏ ਨੇ, ਜਿਹੜਾ ਉਹ ਸੰਘਰਸ਼ ਨੇ ਉਹਨਾਂ ਦੀ ਚੇਤਨਾ ਨੂੰ ਟੁੰਬਿਆ ਹੈ, ਚੇਤਨਾ ਦਾ ਜਿਹੜਾ ਪੱਧਰ ਉੱਚਾ ਕੀਤਾ ਹੈ, ਉਹਦੇ ਕਰਕੇ ਜਿਹੜੇ ਲੋਕਾਂ ਦੇ ਮਨਾਂ 'ਚ ਸਵਾਲ ਨੇ। ਮੈਂ ਇੱਥੇ ਵੀ ਕਹਿੰਦਾ ਜਾਵਾਂ ਕਿ ਇਹ ਜਿਹੜੇ ਨੇ ਨਾ ਅੱਜ ਦੀ ਘੜੀ ਸਾਰੀਆਂ ਵੋਟ ਵਟੋਰੂ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ। ਵੋਟ ਵਟੋਰੂ ਪਾਰਟੀਆਂ ਚਾਹੁੰਦੀਆਂ ਨੇ ਕਿ ਲੋਕ ਮੁੱਦਿਆਂ ਕਿੰਨਾਂ ਤੇ ਵੋਟਾਂ ਪਾਉਣ, ਗਲੀ ਪੱਕੀ ਹੋ ਜਾਵੇ, ਨਾਲੀ ਪੱਕੀ ਹੋ ਜਾਵੇ, ਸਿਵਿਆਂ ਦੀਆਂ ਕੰਧਾਂ ਰੰਗ ਹੋ ਜਾਣ, ਸਿਵਿਆਂ 'ਚ ਸੱਬਲਾਂ ਬਣ ਜਾਣ, ਮੁਰਦੇ ਢੋਣ ਵਾਲੇ ਫੱਟੇ ਜਿਹੜੇ ਨੇ ਉਹ ਵਾਧੂ ਹੋਣ, ਕਿਉਂਕਿ ਇਹਨਾਂ ਨੂੰ ਪਤਾ ਹੈ ਨਾ ਵੀ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਅਸੀਂ ਮੌਤਾਂ ਦਾ ਸਿਲਸਿਲਾ ਚਲਾਉਣਾ ਹੈ ਵੀ ਉਹ ਨਾ ਘਟ ਜਾਣ ਕਿਤੇ। ਤਾਂ ਇਹ ਮੁੱਦੇ ਨੇ, ਕਿਸੇ ਦਾ ਪਰਚਾ ਕਰਾ ਦਿਓ, ਕਿਸੇ ਦਾ ਰੱਦ ਕਰਾ ਦਿਓ, ਕਿਸੇ ਦਾ ਬੰਦਾ ਮਰਵਾ ਦਿਓ, ਕਿਸੇ ਦਾ ਛਡਾ ਦਿਓ, ਪਰ ਇਹਨਾਂ ਦੀ ਬਜਾਏ ਅੱਜ ਲੋਕਾਂ ਦੇ ਮੁੱਦੇ ਨੇ ਕਿ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ ਕਿਹੜੀ ਪਾਰਟੀ ਹੈ ਜਿੰਦੇ ਕੋਲ ਇੱਕ ਚੰਗੀ ਸੁਹਿਰਦ ਖੇਤੀ ਨੀਤੀ ਹੈਗੀ ਹੈ। ਇਹ ਸਵਾਲ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਕਾਲੀਆਂ ਤੇ ਬੀਜੇਪੀ ਦੀ ਸਰਕਾਰ ਨੇ ਮਨਸੈਂਟੋ ਨਾਂ ਦੀ ਇੱਕ ਕੰਪਨੀ ਨੂੰ ਗਹਿਣੇ ਤੇ ਦੇ ਦਿੱਤੀ। ਪੰਜਾਬ ਦੇ ਕਿਸਾਨਾਂ ਦਾ ਲਹੂ ਨਿਚੋੜ ਕੇ, ਅਸੀਂ ਆਪਦਾ ਲਹੂ ਨਿਚੋੜ ਕੇ ਟੈਕਸ ਦੇ ਕੇ ਖਰਬਾਂ ਰੁਪਈਆ ਖਰਚ ਕੇ ਇਹ ਜਿਹੜੀ ਯੂਨੀਵਰਸਿਟੀ ਤਿਆਰ ਕੀਤੀ ਸੀ। ਇਸ ਕਰਕੇ ਕੀਤੀ ਸੀ ਕਿ ਨਵੇਂ ਬੀਜ ਪੈਦਾ ਕਰੇ, ਨਵੀਆਂ ਖੋਜਾਂ ਕਰੇ, ਕਿਵੇਂ ਮਤਲਬ ਖੇਤੀ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ। ਪਰ ਸਾਡਾ ਅਰਬਾਂ ਰੁਪਈਆ ਲਾਇਆ ਹੋਇਆ ਅਕਾਲੀ ਤੇ ਬੀਜੇਪੀ ਸਰਕਾਰ ਨੇ ਇਹਨਾਂ ਕੰਪਨੀਆਂ ਤੋਂ ਕਮਿਸ਼ਨ ਲੈ ਕੇ ਉਹਨਾਂ ਨੂੰ ਗਹਿਣੇ ਪਾ ਦਿੱਤਾ। ਕਾਂਗਰਸ ਦੀ ਸਰਕਾਰ ਆਈ, ਕਾਂਗਰਸ ਦੀ ਸਰਕਾਰ ਨੇ ਉਹਨੂੰ ਅੱਧਾ ਵੇਚ ਦਿੱਤਾ। ਉਹ ਗਹਿਣੇ ਪਾ ਕੇ ਗਏ, ਇਹਨਾਂ ਨੇ ਅੱਧਾ ਵੇਚ ਦਿੱਤਾ। ਇਹ ਸਾਡਾ ਸਵਾਲ ਹੈ। ਅਕਾਲੀ, ਬੀਜੇਪੀ, ਕਾਂਗਰਸ ਪਿਛਲੇ 15 ਸਾਲਾਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕਿੰਨੇ ਫੰਡ ਜਾਰੀ ਕੀਤੇ, ਕਿੰਨੇ ਨਵੇਂ ਭਰਤੀਆਂ ਹੋਈਆਂ, ਇਹ ਸਾਡਾ ਇੱਕ ਸਵਾਲ ਹੈ। ਖੋਜ ਕਰਨ ਵਾਸਤੇ ਕਿਹੜੇ ਫੰਡ ਜਾਰੀ ਕੀਤੇ, ਇਹ ਸਾਡਾ ਸਵਾਲ ਹੈ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ, ਖੇਤੀ ਨਾਲ ਜੁੜੇ ਲੋਕ ਨੇ। ਇਹ ਸਾਡਾ ਸਵਾਲ। ਸਾਨੂੰ ਸਬਸਿਡੀ ਮਿਲਦੀ ਸੰਦਾਂ ਤੇ, ਬੜਾ ਵੱਡਾ ਝੋਲਾ ਹੈ। ਜੇ ਤੁਸੀਂ ਸੰਦ ਤੇ ਸਬਸਿਡੀ ਲੈਣੀ ਹੈ ਤੁਹਾਨੂੰ 1,40,000 ਦਾ ਮਿਲਦਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਸਬਸਿਡੀ ਨਹੀਂ ਚਾਹੀਦੀ, ਮੈਂ ਵੈਸੇ ਲੈਣਾ, ਤੁਹਾਨੂੰ 85,000 ਦਾ ਮਿਲ ਜਾਂਦਾ।
80,000 ਦਾ ਵੀ ਮਿਲ ਜਾਂਦਾ, ਤਾਂ 60,000 ਰੁਪਇਆ ਕਿੱਥੇ ਜਾਂਦਾ ਹੈ? ਜਿਹਨਾਂ ਨੂੰ ਸਬਸਿਡੀ ਵਾਲੇ ਤੇ 60,000 ਰੁਪਇਆ ਵੱਧ ਕਿਉਂ? ਇਹ ਸਾਡਾ ਸਵਾਲ ਹੈ। ਇਹ ਕਿਵੇਂ ਠੀਕ ਹੋਵੇਗਾ? ਪੰਜਾਬ ਦੇ ਵਿੱਚ ਅੱਜ ਰੋਡਵੇਜ਼ ਨੂੰ ਤਕਰੀਬਨ 25,000 ਬੱਸਾਂ ਦੀ ਲੋੜ ਹੈ। ਜੇ ਮਤਲਬ ਅੱਜ ਪੂਰਾ ਜਿੰਨਾ ਲੋੜ ਹੈ ਪੰਜਾਬ 'ਚ ਬੱਸਾਂ ਦੀ ਉਹ ਪੂਰੀ ਕਰੇ ਤਾਂ ਫਿਰ 25,000 ਬੱਸਾਂ ਦੀ ਲੋੜ ਹੈ। ਇੱਕ ਬੱਸ ਤੇ 5 ਬੰਦਿਆਂ ਦੀ ਲੋੜ ਹੈ, ਯਾਨੀ ਕਿ 1.25 ਲੱਖ ਮੁਲਾਜ਼ਮ ਨਹੀਂ ਹੈਗਾ, 25,000 ਬੱਸ ਨਹੀਂ ਹੈਗੀ। ਇਹ ਸਾਡਾ ਸਵਾਲ ਹੈ। ਰੋਡਵੇਜ਼ ਦਾ ਪੱਠਾ ਕਿਹਨੇ ਪਾਇਆ, ਕਿਉਂ ਪਾਇਆ? ਕੀ ਰੋਡਵੇਜ਼ ਨੂੰ ਦੁਬਾਰਾ ਪੈਰਾਂ ਸਿਰ ਲਿਆਂਦਾ ਜਾਏਗਾ? ਇਹ ਸਾਡਾ ਸਵਾਲ ਹੈ। ਅੱਜ ਰੇਲਵੇ ਦਾ ਨਿੱਜੀਕਰਨ ਕਰਤਾ। ਜਿਹੜੇ ਸਟੇਸ਼ਨ ਤੇ 10-11 ਮੁਲਾਜ਼ਮ ਹੁੰਦੇ ਸੀ, ਅੱਜ ਉਹ ਸਟੇਸ਼ਨ ਤੇ ਇੱਕ ਵੀ ਮੁਲਾਜ਼ਮ ਨਹੀਂ, ਇੱਕ ਟਿਕਟਾਂ ਕੱਟਣ ਵਾਲਾ ਠੇਕੇ ਤੇ ਰੱਖਿਆ ਹੈ। ਉਹ ਆਉਂਦਾ ਹੈ, 150 ਦੀਆਂ ਟਿਕਟਾਂ ਵੇਚ ਕੇ ਮੁੜ ਜਾਂਦਾ, 15-20-30 ਰੁਪਏ ਉਹ ਲੈ ਜਾਂਦਾ ਵਿੱਚੋਂ, ਬਸ ਆਹੀ ਕੁਛ ਹੈ। ਤਾਂ ਇਹ ਜਿਹੜਾ ਨਿੱਜੀਕਰਨ ਹੈ ਇਹ ਕਿਵੇਂ ਰੁਕੇਗਾ? ਇਹ ਸਾਡੇ ਸਵਾਲ ਨੇ। ਕੈਪਟਨ ਦੀ ਸਰਕਾਰ ਕਰਜ਼ਿਆਂ ਤੇ ਲਕੀਰ ਮਾਰਨ ਤੇ ਨਾਂ ਤੇ ਸਰਕਾਰ ਬਣਾਈ, ਅਜੇ ਤੱਕ ਨਹੀਂ ਵੱਜੀ। ਕਦੋਂ ਮਾਰੋਗੇ ਕਰਜ਼ਿਆਂ ਤੇ ਲਕੀਰ? ਪੈਨਸ਼ਨਾਂ ਦੀ ਸਾਡੀ ਮੰਗ ਹੈ ਕਿ ਕਿਸਾਨ ਜਦੋਂ 60 ਸਾਲ ਤੋਂ ਉੱਪਰ ਉਮਰ ਹੋ ਜਾਂਦੀ ਉਹਦੇ ਕੋਲ ਬੇਸ਼ੱਕ ਜਿੰਨੀ ਮਰਜ਼ੀ ਜ਼ਮੀਨ ਹੈ, ਪਰ ਉਹਨੂੰ 6,000 ਰੁਪਇਆ ਪੈਨਸ਼ਨ ਚਾਹੀਦੀ ਹੈ। ਕਿਉਂਕਿ ਪੈਨਸ਼ਨ ਦਾ ਮਤਲਬ ਇਹ ਆ ਕਿ ਤੁਸੀਂ ਆਪਦੀ ਜ਼ਿੰਦਗੀ ਇਸ ਦੇਸ਼ ਵਾਸਤੇ, ਇਸ ਮਿੱਟੀ ਵਾਸਤੇ ਦਾਨ ਕੀਤੀ, ਜੋ ਅਸੀਂ ਕੀਤੀ ਹੈ। ਕਿਉਂਕਿ ਅੱਜ ਭਾਰਤ ਦੇ ਵਿੱਚ ਜਿਹੜਾ ਇੱਕ ਰੁਪਈਆ ਏ, ਇੱਕ ਪੈਸਾ ਏ, ਉਹਨੂੰ ਛਪਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਤੇ ਮਜ਼ਦੂਰਾਂ ਦਾ। ਤਾਂ ਅੱਜ ਜੋ ਵੀ ਭਾਰਤ ਦੇ ਵਿੱਚ ਪ੍ਰਚਲਿਤ ਜੋ ਵੀ ਤਰੱਕੀ ਦੇ ਨਾਂ ਤੇ ਹੈਗਾ, ਉਹ ਸਾਡਾ ਦਿੱਤਾ ਹੋਇਆ, ਸਾਡਾ ਉਹਦੇ 'ਚ ਹਿੱਸਾ ਬਣਦਾ। ਤਾਂ ਸਾਨੂੰ 60 ਸਾਲ ਤੋਂ ਬਾਅਦ ਪੈਨਸ਼ਨ ਹੋਣੀ ਚਾਹੀਦੀ। ਇਹ ਸਾਡਾ ਸਵਾਲ ਹੈ। ਅੱਜ ਕੋਈ ਵੀ ਬੰਦਾ ਹੈ ਜਿਹੜਾ ਆਮ ਕਿਸਾਨ, ਸਾਡੇ ਵਰਗਾ ਕੋਈ, ਵੈਸੇ ਅੱਜ ਕੱਲ ਤਾਂ 10 ਕਿੱਲੇ ਵਾਲਾ ਮਤਲਬ ਵੱਡਾ ਕਿਸਾਨ ਮੰਨਿਆ ਜਾਣ ਲੱਗ ਪਿਆ ਪੰਜਾਬ 'ਚ, ਜਿੰਨਾ ਜ਼ਮੀਨਾਂ ਤੇ ਮਤਲਬ ਘਟ ਗਈਆਂ ਨੇ। 10 ਕਿੱਲੇ ਵਾਲਾ ਕਿਸਾਨ ਵੀ ਆਪਦੀ ਫਸਲ ਦੀ ਕਮਾਈ ਨਾਲ ਆਪਦੇ ਕਿਸੇ ਬੱਚੇ ਨੂੰ +2 ਤੋਂ ਵੱਧ ਪੜਾਉਣ ਦੇ ਕਾਬਿਲ ਨਹੀਂ ਹੈਗਾ। ਜਾਂ ਕਰਜ਼ਾ ਲਏਗਾ ਜਾਂ ਪੈਲੀ ਵੇਚੇਗਾ, ਇਹਦੇ ਤੋਂ ਬਿਨਾਂ ਨਹੀਂ। ਸਿੱਖਿਆ ਦਾ ਕੀ ਕਰੋਗੇ? ਸਿੱਖਿਆ ਸਾਡਾ ਮੁੱਢਲਾ ਤੇ ਲਾਜ਼ਮੀ ਅਧਿਕਾਰ ਹੈ, ਜਿਹਦੇ ਉੱਤੇ ਸਾਡੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦੇ ਧੀਆਂ ਪੁੱਤਰਾਂ ਦਾ ਵੀ ਅਧਿਕਾਰ ਹੈ। ਕੀ ਕਰੋਗੇ ਸਿੱਖਿਆ ਦਾ? ਲੋਕੀ ਕਹਿੰਦੇ ਨੇ, ਇੱਕ ਪੰਜਾਬ ਦੀ ਕਹਾਵਤ ਹੈ ਵੀ ਦਵਾਈ ਖੁਣੋਂ ਥੋੜਾ ਬੰਦਾ ਮਰਨ ਦਿੰਦੇ ਆ, ਪੈਸੇ ਖੁਣੋਂ ਨਹੀਂ ਬੰਦਾ ਮਰਨ ਦਿੰਦੇ। ਪੈਸੇ ਖੁਣੋਂ ਤੇ ਦਵਾਈਆਂ ਖੁਣੋਂ ਬੱਚੇ ਤੱਕ ਮਰਦੇ ਪਏ ਨੇ। 10-10, 12-12 ਸਾਲ ਦੇ ਲੋਕਾਂ ਦੇ ਬੱਚੇ ਮਰਦੇ ਨੇ ਕਿਉਂਕਿ ਉਹਨਾਂ ਕੋਲ ਦਵਾਈ ਲਈ ਪੈਸਾ ਨਹੀਂ ਹੈ। ਅੰਨੀ ਲੋਟੇ ਹਸਪਤਾਲਾਂ ਦੀ। ਕੀ ਕਰੋਗੇ ਇਸ ਸਿਹਤ ਵਿਭਾਗ ਦਾ? ਕਿਸੇ ਵੀ ਜਿਹੜਾ 5 ਲੱਖ ਦਾ ਇਹਨਾਂ ਨੇ ਇੱਕ ਬੀਮੇ ਦਾ ਪਖੰਡ ਚਲਾਇਆ ਹੋਇਆ, ਇੱਕ ਅੰਕੜਾ ਕੱਢ ਕੇ ਲਿਆਓ ਕਿ ਪਿਛਲੇ 1 ਸਾਲ ਦੇ ਵਿੱਚ ਇਸ 5 ਲੱਖ ਵਾਲੇ ਬੀਮੇ ਦੇ ਵਿੱਚੋਂ ਕਿੰਨੇ ਕੁ ਮਜ਼ਦੂਰਾਂ ਦਾ ਇਲਾਜ ਹੋਇਆ, ਕਿੰਨੇ ਕੁ ਆਮ ਕਿਸਾਨਾਂ ਦਾ ਇਲਾਜ ਹੋਇਆ। ਜਿੰਨੀਆਂ ਉਹਦੀਆਂ ਸ਼ਰਤਾਂ ਨੇ, ਜਿੰਨਾ ਉਹਨੂੰ ਮਤਲਬ ਉਹਨੂੰ ਪੜ੍ਹੋਗੇ ਜਦੋਂ ਉਹਦੇ ਵਿੱਚ ਸ਼ਰਤਾਂ ਲਿਖੀਆਂ ਹੋਈਆਂ ਨੇ, ਤਾਂ ਕਿਤੇ ਵੀ ਇਹ ਲੱਗਦਾ ਹੀ ਨਹੀਂ ਕਿਸੇ ਆਮ ਬੰਦੇ ਦੀ ਪਹੁੰਚ ਆਵੇ। ਤਾਂ ਇਹ ਸਾਡਾ ਸਵਾਲ ਹੈ ਅੱਜ ਦਾ। ਸਾਡੀ ਸਿੱਖਿਆ, ਸਾਡੀ ਸਿਹਤ, ਸਾਡਾ ਐਗਰੀਕਲਚਰ, ਇਹ ਸਾਰੇ ਇਹ ਸਵਾਲ ਨੇ ਜਿਹੜੇ ਅੱਜ ਦੇ ਸਮੇਂ ਸਾਨੂੰ ਕਰਨੇ ਬਣਦੇ ਨੇ। ਇਹ ਲੋਕ ਕਰਦੇ ਪਏ ਨੇ, ਜਿਹੜੇ ਕਿ ਇਹਨਾਂ ਪਾਰਟੀਆਂ ਨੂੰ ਰਾਸ ਨਹੀਂ ਆਉਂਦੇ। ਤਾਂ ਜਦੋਂ ਅਸੀਂ ਸਵਾਲ ਕਰਨੇ ਆ, ਅਕਾਲੀ ਕਹਿੰਦੇ ਨੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਭੇਜੇ ਨੇ, ਆਮ ਆਦਮੀ ਪਾਰਟੀ ਕਹਿੰਦੇ ਅਕਾਲੀਆਂ ਕਾਂਗਰਸੀਆਂ ਦੇ ਭੇਜੇ ਨੇ, ਕਾਂਗਰਸੀ ਕਹਿੰਦੇ ਅਕਾਲੀਆਂ ਦੇ ਭੇਜੇ ਨੇ। ਬਸ ਇਹ ਸਾਨੂੰ ਤਾਂ ਆਪ ਨੂੰ ਵੀ ਨਹੀਂ ਸਮਝ ਆਉਂਦੀ ਵੀ ਕਿ ਅਸੀਂ ਅਕਾਲੀ ਕਾਂਗਰਸੀ ਆ, ਕੀ ਹੈਗੇ ਕੀ ਆ ਅਸੀਂ, ਸਾਨੂੰ ਵੀ ਨਹੀਂ ਸਮਝ ਆਉਂਦੀ। ਬਿਲਕੁਲ ਬਿਲकुल बिल्कुल ਜੀ ਅਹਿਮਦ ਸਾਹਿਬ, ਜਿੱਥੇ ਤੱਕ ਕਿਸਾਨ ਖੁਦਕੁਸ਼ੀਆਂ ਦਾ ਸਵਾਲ ਹੈ, ਉਹਨੂੰ ਲੈ ਕੇ ਹੁਣ ਤੱਕ ਕਿਸਾਨਾਂ ਨੇ ਉਸ ਪੱਧਰ ਤੱਕ ਕੋਈ ਵੱਡਾ ਪ੍ਰਦਰਸ਼ਨ ਨਹੀਂ ਕੀਤਾ। ਖਾਸ ਕਰ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ, ਹਰ ਵਾਰ ਅੰਕੜੇ ਜਿਹੜੇ ਜਾਰੀ ਹੋ ਜਾਂਦੇ ਨੇ, ਇੱਕ ਦੂਜੇ ਤੇ ਦੋਸ਼ ਲਾਏ ਜਾਂਦੇ ਨੇ। ਉਹ ਕਹਿੰਦੇ ਉਹ ਸਰਕਾਰ ਦੇ ਵਿੱਚ ਇੰਨੇ ਕਿਸਾਨਾਂ ਦੀ ਡੈਥ ਹੋਈ, ਇਹਨਾਂ ਦੇ ਵਿੱਚ ਇੰਨੇ ਕਿਸਾਨ ਖੁਦਕੁਸ਼ੀਆਂ ਕਰਕੇ, ਹੱਲ ਕੋਈ ਕੱਢਦਾ ਨਹੀਂ। ਇਹਨੂੰ ਲੈ ਕੇ ਕਿਸਾਨਾਂ ਦੇ ਕੋਲ ਕੀ ਹੈ? ਕਿਸਾਨ ਕੀ ਆਪਣਾ ਮਤਲਬ ਕਿ ਏਜੰਡਾ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਕਿ ਕਿੱਦਾਂ ਕਿਸਾਨ ਖੁਦਕੁਸ਼ੀਆਂ ਦਾ ਹੱਲ ਨਿਕਲਣਾ ਚਾਹੀਦਾ? ਵੀ ਅਸੀਂ ਤਾਂ ਸਪਸ਼ਟ, ਜਦੋਂ ਪਿਛਲੀ ਵਾਰੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹਨੂੰ ਵੀ ਅਸੀਂ ਸਪਸ਼ਟ ਕਹਿ ਦਿੱਤਾ ਸੀ ਕਿ ਕਿਸਾਨ ਖੁਦਕਸ਼ੀਆਂ ਦਾ ਹੱਲ ਇੱਕੋ ਹੈ, ਚੰਗੀ ਖੇਤੀ ਨੀਤੀ।
ਚੰਗੀ ਖੇਤੀ ਨੀਤੀ ਹੀ ਇਸ ਖੁਦਕਸ਼ੀਆਂ ਦੇ ਜੰਜਾਲ ਵਿੱਚੋਂ ਕਿਸਾਨਾਂ ਨੂੰ ਕੱਢ ਸਕੇਗੀ। ਉਹ ਦੱਸੋ ਤੁਹਾਡੇ ਕੋਲ ਚੰਗੀ ਖੇਤੀ ਨੀਤੀ ਕੀ ਹੈ? ਪਿਛਲੇ ਕਰਜ਼ਿਆਂ ਉੱਤੇ ਟੋਟਲ ਲਕੀਰ, ਅਸੀਂ ਮਾਫ ਸ਼ਬਦ ਨਹੀਂ ਇੱਕ ਵਰਤਦੇ, ਕਿਉਂਕਿ ਮਾਫੀ ਹੁੰਦਾ ਕਿਸੇ ਤੋਂ ਮਾਫ ਕਰਾਉਣਾ, ਮਾਫੀ ਮੰਗਣੀ। ਅਸੀਂ ਨਹੀਂ ਮਾਫੀ ਮੰਗਦੇ, ਅਸੀਂ ਤਾਂ ਕਹਿੰਦੇ ਹਾਂ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਰਜ਼ਾ ਚੜਿਆ, ਇਹਦੇ ਉੱਤੇ ਲਕੀਰ ਮਾਰੋ। ਅੱਗੇ ਤੋਂ ਲੰਮੀ ਮਿਆਦ ਦੇ ਯਾਨੀ ਕਿ 50 ਸਾਲ ਦੀ ਮਿਆਦ ਦੇ ਬਿਨਾਂ ਵਿਆਜ ਤੋਂ ਕਰਜ਼ੇ ਕਿਸਾਨਾਂ ਨੂੰ ਦਿਓ। ਇੱਕ ਚੰਗੀ ਖੇਤੀ ਨੀਤੀ ਲੈ ਕੇ ਆਓ। MSP ਦੀ ਗਾਰੰਟੀ ਕਰੋ। ਸਬਸਿਡੀਆਂ ਜਿਹੜੀਆਂ ਪੂਰੀਆਂ, ਜਿੰਨੇ ਵੀ ਸੰਦ ਵਰਤੇ ਜਾਂਦੇ ਨੇ, ਟਰੈਕਟਰ ਵਰਤੇ ਜਾਂਦੇ ਨੇ, ਖਾਦਾਂ ਸਪਰੇਆਂ ਨੇ, ਉਹਨਾਂ ਉੱਤੇ ਸਬਸਿਡੀਆਂ ਨੇ ਜਿਹੜੀਆਂ ਉਹ ਲਾਗੂ ਕਰੋ। ਤਾਂ ਇਹ ਜਿਹੜੀ ਖੇਤੀ ਨੀਤੀ ਹੈ ਇਹ ਕਿਸਾਨਾਂ ਨੂੰ ਖੁਦਕਸ਼ੀ ਦੇ ਜੰਜਾਲ ਦੇ ਵਿੱਚੋਂ ਕੱਢ ਸਕਦੀ ਹੈ, ਜਿਹੜੀ ਕਿ ਕਿਸੇ ਦੀ ਵੀ ਹੈ ਹੀ ਨਹੀਂ ਗੀ। ਕਿਉਂਕਿ ਸਪਸ਼ਟ ਹੈ, ਜੇ ਇਹ ਚੰਗੀ ਖੇਤੀ ਨੀਤੀ ਲੈ ਕੇ ਆਉਣਗੇ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ, ਕਿਸਾਨਾਂ ਕੋਲ ਪੈਸਾ ਹੋਵੇਗਾ, ਉਹ ਬਾਜ਼ਾਰ 'ਚ ਜਾਵੇਗਾ, ਬਾਜ਼ਾਰ 'ਚ ਦੁਕਾਨਦਾਰ, ਮਜ਼ਦੂਰ, ਮੁਲਾਜ਼ਮ, ਪੂਰਾ ਵਿਕਸਿਤ ਹੋਵੇਗਾ ਸਾਡਾ ਸਿਸਟਮ, ਪੂਰਾ ਸਿਸਟਮ ਵਿਕਸਿਤ ਹੋਵੇਗਾ, ਪੰਜਾਬ ਖੁਸ਼ਹਾਲ ਹੋਵੇਗਾ। ਪੰਜਾਬ ਦੀ ਖੁਸ਼ਹਾਲੀ ਤੇ ਬਾਦਲ ਪਰਿਵਾਰ ਦੀ ਖੁਸ਼ਹਾਲੀ, ਇਹ ਦੋਵੇਂ ਇੱਕ ਦੂਜੇ ਦੇ ਆਪੋਜਿਟ ਨੇ। ਪੰਜਾਬ ਦੀ ਖੁਸ਼ਹਾਲੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਖੁਸ਼ਹਾਲੀ ਦੋਵੇਂ ਇੱਕ ਦੂਜੇ ਦੇ ਆਪੋਜਿਟ ਨੇ। ਇੱਕ ਹੀ ਹੋ ਸਕਦਾ, ਜਾਂ ਤਾਂ ਪੰਜਾਬ ਖੁਸ਼ਹਾਲ ਹੋ ਸਕਦਾ ਜਾਂ ਫਿਰ ਕੈਪਟਨਾਂ ਬਾਦਲਾਂ ਦੇ ਇਹਨਾਂ ਦੇ ਪਰਿਵਾਰ ਖੁਸ਼ਹਾਲ ਹੋ ਸਕਦੇ ਨੇ, ਇੱਕ ਹੋਵੇਗਾ। ਤਾਂ ਇਹਨਾਂ ਲੀਡਰਾਂ ਨੇ ਚੁਣਿਆ ਹੈ ਆਪਦੇ ਪਰਿਵਾਰ ਦੀ ਖੁਸ਼ਹਾਲੀ। ਪੰਜਾਬ ਦੀ ਖੁਸ਼ਹਾਲੀ ਨਾਲ ਪੰਜਾਬ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਤਾਂ ਇਹ ਵਜ੍ਹਾ ਹੈ ਕਿ ਜਿਹੜੀਆਂ ਨੀਤੀਆਂ ਅਪਣਾਉਣ ਦੀ ਬਜਾਏ ਸਾਨੂੰ ਉਲਝਾਉਂਦੇ ਨੇ ਕਾਲੀਆਂ ਕਾਂਗਰਸੀਆਂ ਗਲੀਆਂ ਨਾਲੀਆਂ ਪਰਚਿਆਂ ਕੇਸਾਂ ਦੇ ਵਿੱਚ। ਇਹ ਇੱਕ ਢੰਗ ਹੈ ਇਹਨਾਂ ਦਾ। ਜਦੋਂ ਬਾਦਲ ਦਾ ਇੱਥੇ ਸਰਕਾਰ ਸੀ ਬੀਜੇਪੀ ਨਾਲ ਰਲ ਕੇ, ਅਸੀਂ ਉਦੋਂ ਵੀ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਜਿਹੜਾ ਰਾਜ ਭਾਗ ਦੀ ਕੁਰਸੀ ਆਪਦੇ ਆਪ ਨੂੰ ਕਹਿੰਦਾ ਮੈਂ ਸਾਂਭ ਕੇ ਬੈਠਾ ਹੋਇਆ, ਜੇ ਉਹਦੀ ਸਟੇਟ ਦੇ ਵਿੱਚ ਕੋਈ ਕਿਸਾਨ ਖੁਦਕਸ਼ੀ ਕਰਦਾ ਤਾਂ ਉਹਦਾ ਜ਼ਿੰਮੇਵਾਰ ਉਹ ਹੈ, ਜਾਂ ਤਾਂ ਉਹਦੇ ਉੱਤੇ 302 ਦਾ ਜਾਂ ਖੁਦਕਸ਼ੀ ਲਈ ਮਜਬੂਰ ਕਰਨ ਦਾ ਤੇ ਕੇਸ ਦਰਜ ਹੋਣਾ ਚਾਹੀਦਾ। ਉੱਥੇ ਦਾ ਜਿਹੜਾ ਕਮਿਸ਼ਨਰ ਬੈਠਾ ਉਹਦੇ ਤੇ ਕੇਸ ਦਰਜ ਹੋਣਾ ਚਾਹੀਦਾ ਵੀ ਤੇਰੇ ਇਲਾਕੇ ਦੇ ਵਿੱਚ ਕਿਸਾਨ ਨੇ ਖੁਦਕਸ਼ੀ ਕੀਤੀ ਕਿਉਂ। ਹੁਣ ਜਦੋਂ ਕੈਪਟਨ ਦੀ ਸਰਕਾਰ ਆਈ ਹੈ, ਕੈਪਟਨ ਨੇ ਸਾਡੇ ਸੈਂਕੜੇ ਕਿਸਾਨਾਂ ਦੀਆਂ ਖੁਦਕਸ਼ੀਆਂ ਕਰਵਾਈਆਂ ਨੇ। ਜਦੋਂ ਇਹਨੇ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਕਿ ਮੈਂ ਆੜਤੀਆਂ ਦੇ ਕਰਜ਼ਿਆਂ ਤੇ ਲਕੀਰ ਮਾਰਾਂਗਾ, ਕੋਆਪਰੇਟ ਦੇ ਮਾਰਾਂਗਾ, ਸਰਕਾਰੀ ਸਾਰਿਆਂ ਕਰਜ਼ਿਆਂ ਤੇ ਲਕੀਰ ਮਾਰਾਂਗਾ, ਕਿਸਾਨਾਂ ਨੇ ਇਹਦੇ ਤੋਂ ਖੁਸ਼ ਹੋ ਕੇ ਇਹਨੂੰ ਵੋਟਾਂ ਪਾਈਆਂ। ਅਸੀਂ ਉਦੋਂ ਵੀ ਕਿਹਾ ਕਿ ਕਿਸਾਨੋ ਵੋਟ ਪਾਉਣੀ ਜੇ ਪਾਓ, ਨਹੀਂ ਪਾਉਣੀ ਨਾ ਪਾਓ, ਜਿਹਨੂੰ ਮਰਜ਼ੀ ਪਾਓ, ਪਰ ਇਸ ਆਸ ਨਾਲ ਨਾ ਪਾਓ ਕਿ ਤੁਹਾਡੇ ਕਰਜ਼ਿਆਂ ਤੇ ਲਕੀਰ ਮਾਰੇਗਾ। ਇਹ ਨਹੀਂ ਜੇ ਵੱਜਣੀ। ਇਹਦੇ ਵਾਸਤੇ ਲੜਾਈ ਜਾਰੀ ਰੱਖੋ, ਇਹਦੇ ਵਾਸਤੇ ਲੜਨਾ ਪੈਣਾ। ਵੋਟ ਜਿਹਨੂੰ ਮਰਜ਼ੀ ਜੇ ਤੁਹਾਨੂੰ ਲੱਗਦਾ ਕਰੇਗਾ ਤੇ ਪਾਓ, ਕਾਲੀਆਂ ਕਾਂਗਰਸੀਆਂ ਆਮ ਆਦਮੀ ਬੀਜੇਪੀ ਜਿਹਨੂੰ ਜੀ ਕਰਦਾ ਜੇ ਪਾਓ, ਕੋਈ ਰੌਲਾ। ਬਿਲਕੁਲ। ਮਹਿਮਾ ਸਾਹਿਬ ਇਹਨੂੰ ਕਿੱਦਾਂ ਦੇਖਦੇ ਹੋ? ਕੇਂਦਰ ਸਰਕਾਰ ਨੇ MSP ਦਾ ਐਲਾਨ ਕੀਤਾ, ਉਹ ਕਹਿੰਦੇ ਕਿ ਸਾਡੀ ਇੱਕ ਵੱਡੀ ਪ੍ਰਾਪਤੀ ਹੈ ਤੇ ਕਿਸਾਨ ਇਹਨੂੰ ਕਬੂਲ ਨਹੀਂ ਕਰ ਰਹੇ। ਕਾਰਨ ਕੀ ਹੈ? ਕਿੱਥੇ ਵਖਰੇਵਾ ਰਹਿੰਦਾ? ਵੇਖੋ ਜੀ, ਜਿਹੜਾ ਕੇਂਦਰ ਆਪਦੀ ਪਿੱਠ ਆਪੇ ਥਾਪੜਦਾ ਪਿਆ, ਕੀ ਇਹਨਾਂ ਦੀ ਅਕਲ ਤੇ ਪੜਦਾ ਪਿਆ ਹੈ ਜਾਂ ਬੇਈਮਾਨ ਹੀ ਇੰਨੇ ਜ਼ਿਆਦੇ ਨੇ? ਸ਼ਰਮ ਨਹੀਂ ਕਰਦੇ ਬੋਲਣ ਲੱਗਿਆਂ ਵੀ। ਪਿਛਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 30 ਰੁਪਏ ਪੈਟਰੋਲ ਤੇ ਡੀਜ਼ਲ ਦਾ ਰੇਟ ਵੱਧ ਗਿਆ। 6 ਮਹੀਨਿਆਂ ਦੇ ਵਿੱਚ 40 ਰੁਪਏ ਰੇਟ ਵਧਾਉਂਦੇ ਨੇ ਕਣਕ ਦਾ, ਜਿਹੜੀ ਕਣਕ ਅਜੇ ਬੀਜੀ ਜਾਣੀ ਹੈ। ਕਹਿੰਦੇ ਜੀ ਵੇਖੋ ਅਸੀਂ ਕਿੱਡੇ ਐਡਵਾਂਸ ਆ, ਅਸੀਂ ਕਣਕ ਬੀਜਣ ਤੋਂ ਪਹਿਲਾਂ ਰੇਟ ਐਲਾਨ ਦਿੱਤਾ, ਰੇਟ ਦੇ ਵਿੱਚ 40 ਰੁਪਏ ਵਾਧਾ ਕਰ ਦਿੱਤਾ। ਜਦੋਂ ਕਿਸਾਨ ਕਣਕ ਬੀਜੇਗਾ ਤਾਂ ਉਹਦਾ ਜਿਹੜਾ 40 ਰੁਪਏ ਕੁਇੰਟਲ ਦਾ ਵਧਿਆ ਹੋਇਆ ਭਾਅ ਹੈ, 20 ਕੁਇੰਟਲ ਤੋਂ ਵੱਧ ਪੰਜਾਬ 'ਚ ਝਾੜ ਨਹੀਂ ਆਉਣਾ, ਯਾਨੀ ਕਿ 800 ਰੁਪਇਆ ਉਹਦਾ ਇੱਕ ਕਿੱਲੇ ਮਗਰ ਵਧੇਗਾ। ਜਿਹੜਾ 800 ਰੁਪਇਆ ਉਹਦਾ ਕਿੱਲੇ ਮਗਰ ਵਧਣਾ ਹੈ, ਉਹ 800 ਰੁਪਇਆ ਉਹਦਾ ਜਿਹੜਾ ਬੀਜ ਦਾ ਰੇਟ ਕਣਕ ਦਾ ਵਧਣਾ, ਯੂਰੀਆ ਦਾ ਤੇ DAP ਦਾ, ਇਹਨਾਂ ਤਿੰਨਾਂ ਦੇ ਵਿੱਚ ਵੀ ਪੂਰਾ ਨਹੀਂ ਲੈਣਾ। ਇਹਨਾਂ ਤਿੰਨਾਂ ਚੀਜ਼ਾਂ 'ਚ ਵੀ ਪੂਰਾ ਨਹੀਂ ਲੈਣਾ। ਬਾਕੀ ਸਾਰਾ ਜਿਹੜਾ ਖਰਚਾ ਡੀਜ਼ਲ ਦਾ, ਲੇਬਰ ਦਾ, ਦਵਾਈਆਂ, ਸਪਰੇਆਂ, ਸਾਰਾ ਜਿਹੜਾ ਖਰਚਾ ਹੈ ਨਾ, ਉਹ ਕਿਸਾਨ ਨੂੰ ਆਪਦੇ ਪੱਲਿਓਂ ਪੈਣਾ। ਯਾਨੀ ਕਿ 40 ਰੁਪਏ ਵਾਧਾ ਲੈ ਕੇ ਵੀ ਜਿਹੜਾ ਕਿਸਾਨ ਅੱਗੇ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ, ਉਸ ਕਿਸਾਨ ਨੂੰ ਹੋਰ ਮਤਲਬ ਘਾਟੇ 'ਚ ਜਾਏਗਾ, ਹੋਰ ਡਾਊਨ ਜਾਏਗਾ, ਹੋਰ ਘਾਟਾ ਪਵੇਗਾ ਇਸ ਖੇਤੀ 'ਚੋਂ। 40 ਰੁਪਏ ਸਿਰਫ
ਦੂਜੇ ਪਾਸੇ 400 ਰੁਪਇਆ ਕਹਿੰਦੇ ਨੇ ਜੀ ਅਸੀਂ ਸਰੋਂ ਦਾ ਵਧਾਤਾ। ਸਰੋਂ ਦੀ ਖਰੀਦ ਕੌਣ ਕਰਦਾ? ਸਰੋਂ ਦੀ ਖਰੀਦ ਕਿੱਥੇ ਹੁੰਦੀ ਹੈ? ਸਰਕਾਰ ਤਾਂ 1 ਕੁਇੰਟਲ ਵੀ ਸਰੋਂ ਨਹੀਂ ਖਰੀਦਦੀ, ਭਾਵੇਂ 800 ਰੁਪਇਆ ਵਧਾ ਦੇਣ। ਸਰੋਂ ਜਾਣੀ ਹੈ ਬਾਜ਼ਾਰ ਦੇ ਵਿੱਚ, ਬਾਜ਼ਾਰ 'ਚ ਬੈਠਾ ਹੈ ਪ੍ਰਾਈਵੇਟ ਵਪਾਰੀ। ਪ੍ਰਾਈਵੇਟ ਵਪਾਰੀ ਆਪਦੀ ਮਰਜ਼ੀ ਦੇ ਨਾਲ ਫਸਲ ਦਾ ਰੇਟ ਲਾਉਂਦਾ ਤੇ ਖਰੀਦਦਾ। ਤੁਹਾਡੇ ਸਾਹਮਣੇ ਮੱਕੀ ਦਾ ਰੇਟ 1700 ਤੋਂ ਉੱਪਰ ਹੈ। ਮੱਕੀ ਦਾ ਵਪਾਰੀ ਉਹਨੂੰ ਖਰੀਦਦਾ 1100 ਰੁਪਏ। ਜੇ ਉਹਨੂੰ ਅਸੀਂ ਕਹਿੰਦੇ ਆ ਕਿ ਇਹਦਾ MSP ਆ ਹੈ, ਉਹ ਕਹਿੰਦਾ ਵੀ ਮੈਂ ਨਹੀਂ ਖਰੀਦਦਾ ਜੀ, ਜਾਓ MSP ਤੇ ਵੇਚ ਲਓ, ਮੈਂ ਤਾਂ ਪ੍ਰਾਈਵੇਟ ਆ, ਮੈਨੂੰ ਜੋ ਰੇਟ ਵਾਰਾ ਖਾਏਗਾ ਮੈਂ ਖਰੀਦਾਂਗਾ। ਨਰਮਾ ਕਪਾਹ ਦਾ ਰੇਟ ਉਹਦੇ ਤੇ ਨਹੀਂ ਵਿਕਦੀ, ਸੂਰਜਮੁਖੀ ਦਾ ਉਹਦੇ ਰੇਟ ਤੇ ਨਹੀਂ ਵਿਕਦੀ, ਮੂੰਗੀ ਉਹਦੇ ਰੇਟ ਤੇ ਨਹੀਂ ਵਿਕਦੀ। ਕੋਈ ਵੀ ਝੋਨੇ ਤੇ ਕਣਕ ਤੋਂ ਬਗੈਰ ਫਸਲ, ਝੋਨਾ ਤੇ ਕਣਕ ਵੀ ਪੰਜਾਬ, ਹਰਿਆਣਾ ਤੇ ਉੱਤਰੀ ਯੂਪੀ ਦੇ ਵਿੱਚ, ਇਹ 1.5 ਸੂਬੇ ਦੇ ਵਿੱਚ, 2.5 ਸੂਬਿਆਂ ਦੇ ਵਿੱਚ ਇੱਥੇ ਹੀ ਵਿਕਦੀ। ਬਾਕੀ ਹਰ ਜਗ੍ਹਾ ਤੇ ਕਣਕ ਤੇ ਝੋਨੇ ਦਾ ਵੀ ਇਹੀ ਹਾਲ ਹੈ। ਸੋ ਇਹ ਕੋਰਾ ਬਕਵਾਸ ਹੈ, ਕੋਰਾ ਧੋਖਾ ਹੈ, ਕੋਰਾ ਇਹ ਜਿਹੜਾ ਲੋਕਾਂ ਦੇ ਨਾਲ ਫਰਾਡ ਹੈ। 400 ਰੁਪਇਆ ਵਧਾਤਾ ਕਹਿਣ ਲਈ ਲੋਕਾਂ 'ਚ ਵੱਧ ਗਿਆ, ਪਰ ਖਰੀਦੇਗਾ ਕੌਣ ਇਹਦਾ ਕੋਈ ਜਵਾਬ ਨਹੀਂ। ਪ੍ਰਾਈਵੇਟ ਵਪਾਰੀ ਜੇ ਘੱਟ ਰੇਟ ਤੇ ਖਰੀਦੇਗਾ ਇਹਦਾ ਕੋਈ ਜਵਾਬ ਨਹੀਂ, ਕੀ ਕਾਰਵਾਈ ਕਰਾਂਗੇ। ਜੇ ਘੱਟ ਰੇਟ ਤੇ ਖਰੀਦੇਗਾ ਬਾਕੀ ਦੇ ਪੈਸੇ ਸਰਕਾਰ ਦੇਵੇਗੀ, ਇਹਦਾ ਕੋਈ ਜਵਾਬ ਨਹੀਂ। ਤਾਂ ਇਹ ਜਿਹੜੇ ਐਲਾਨ ਨੇ ਹੁਣ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ, ਉਹ ਗਏ ਸਮੇਂ ਦੀਆਂ ਗੱਲਾਂ ਸੀ ਜਦੋਂ ਲੋਕ ਮੂਰਖ ਬਣਦੇ ਸੀ। ਇਹ ਫਰਾਡ ਨੂੰ ਅਸੀਂ ਲੋਕਾਂ 'ਚ ਨੰਗਾ ਕਰਕੇ ਰੱਖਾਂਗੇ ਤੇ ਜਿਹੜਾ ਬੀਜੇਪੀ ਸਰਕਾਰ ਦਾ ਲੋਕ ਵਿਰੋਧੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਵਿਰੋਧੀ ਚਿਹਰਾ ਹੈ ਉਹ ਨੰਗਾ ਕਰਾਂ। ਜੀ ਮਹਿਮਦ ਸਾਹਿਬ, ਇੱਕ ਤੁਸੀਂ ਖਬਰ ਪਿੱਛੇ ਜੇ ਸੁਣੀ ਹੋਣੀ ਕਿ DAP ਖਾਦ ਨੂੰ ਲੈ ਕੇ ਅੱਧੋ ਅੱਧ ਜਿਹੜੀ ਹਿੱਸੇਦਾਰੀ ਅੱਧੀ ਪ੍ਰਾਈਵੇਟ ਡੀਲਰਾਂ ਨੂੰ ਦੇ ਦਿੱਤੀ ਤੇ ਅੱਧੀ ਸਹਿਕਾਰੀ ਸਭਾਵਾਂ ਨੂੰ ਦੇ ਦਿੱਤੀ। ਪਹਿਲਾਂ ਕਹਿੰਦੇ 80% ਸਹਿਕਾਰੀ ਕੋਲ ਸੀ, 20% ਪ੍ਰਾਈਵੇਟ ਸੀ। ਇਹ ਪੰਜਾਬ ਸਰਕਾਰ ਕੋਈ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਇਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਬਿਲਕੁਲ ਦੋ ਦੀ ਰਲੀ ਹੋਈ ਜਿਹੜੀ ਹੈ ਨਾ, ਇਹ ਮਰਜ਼ੀ ਹੈ। ਸਹਿਕਾਰੀ ਸਭਾਵਾਂ ਕੋਲ ਜਿਹੜੀ ਖਾਦ ਆਉਂਦੀ ਏ, ਉਹ ਉਹਦੇ ਤੋਂ ਹੱਥ ਪਿਛਾਂ ਖਿੱਚਣ ਦਾ ਤੇ ਇਹ ਖਾਦ ਨੂੰ ਵੀ ਇੱਕ ਅੱਜ ਦੇ ਤੇ ਇੱਕ ਜਾਬਤਾ ਹੈ ਕਿ ਜੇ 285 ਰੁਪਏ 50 ਪੈਸੇ ਆ ਤਾਂ 285 ਰੁਪਏ 50 ਪੈਸੇ ਰੇਟ ਹੈ। ਉਹ ਸਹਿਕਾਰੀ ਸਭਾ ਚੋਂ ਲਓ ਜਾਂ ਕਿਸੇ ਦੁਕਾਨ ਤੋਂ ਲਓ, 285 ਰੁਪਏ 50 ਪੈਸੇ ਰੇਟ ਹੈ। ਪਰ ਜਿਵੇਂ ਜਿਵੇਂ ਇਹਦੇ ਤੋਂ ਸਰਕਾਰ ਦਾ ਕੰਟਰੋਲ ਖਤਮ ਕਰਕੇ ਇਹਨੂੰ ਪ੍ਰਾਈਵੇਟ ਵਪਾਰੀ ਦੇ ਹੱਥ 'ਚ ਦਿੱਤਾ ਜਾ ਰਿਹਾ ਹੈ, ਉਵੇਂ ਉਵੇਂ ਹਰ ਮਤਲਬ ਖੰਡ ਘਿਓ ਦੀ ਤਰ੍ਹਾਂ ਇਹ ਵੀ ਅਗਾਂਹ ਦੁਕਾਨਦਾਰਾਂ ਦਾ ਮਨਮਰਜ਼ੀ ਦਾ ਰੇਟ ਹੋਵੇਗਾ। ਜਦੋਂ ਦੁਕਾਨਦਾਰਾਂ ਦਾ ਮਨਮਰਜ਼ੀ ਦਾ ਰੇਟ ਹੋਵੇਗਾ ਤਾਂ ਇਹਦੇ ਉੱਤੇ ਕੰਟਰੋਲ ਖਤਮ ਹੋ ਜਾਵੇਗਾ। ਤਾਂ ਇਹ ਵੀ ਯਕੀਨੀ ਗੱਲ ਹੈ ਕਿ ਆਉਣ ਵਾਲੇ ਸਮੇਂ 'ਚ ਵੇਖਿਆ ਜੇ, ਅਜੇ ਜਦੋਂ ਇਹਦੇ ਉੱਤੇ ਬਹੁਤ ਵੱਡਾ ਕੰਟਰੋਲ ਸਰਕਾਰ ਦਾ ਹੈ, ਸਹਿਕਾਰੀ ਸਭਾਵਾਂ ਦਾ ਹੈ, ਤਾਂ ਫਿਰ ਵੀ ਨਕਲੀ ਕਿੱਲਤ ਹਰ ਵਾਰੀ ਯੂਰੀਆ ਤੇ DAP ਦੀ ਬਣਾਈ ਜਾਂਦੀ ਹੈ। ਜਦੋਂ ਨਕਲੀ ਕਿੱਲਤ ਯੂਰੀਆ ਤੇ DAP ਦੀ ਬਣਾਈ ਜਾਂਦੀ ਹੈ, ਉਹ ਰੇਟ ਨਹੀਂ ਵੱਧ ਲੈਂਦੇ ਕਿਉਂਕਿ ਮਜਬੂਰੀ ਹੈ। ਉਹ ਕੀ ਕਰਦੇ ਨੇ, ਇੱਕ ਬੋਰੀ ਦੇ ਨਾਲ ਤੁਹਾਨੂੰ 1000 ਰੁਪਏ ਦੀ ਦਵਾਈ ਲੈਣੀ ਪਏਗੀ। ਜੇ 1000 ਰੁਪਏ ਦੀ ਦਵਾਈ ਲਾਓਗੇ ਤੇ ਖਾਦ ਮਿਲਣੀ, ਨਹੀਂ ਤੇ ਨਹੀਂ ਮਿਲਣੀ। ਤਾਂ ਜਦੋਂ ਇਹਦੇ ਤੋਂ ਕੰਟਰੋਲ ਖਤਮ ਹੋ ਗਿਆ, ਫਿਰ ਉਹੀ ਇਹ ਵੀ ਸਿੱਧਾ ਜਾਂ ਤਾਂ 1000 ਰੁਪਇਆ ਵੱਧ ਦਿਓ ਤੇ ਜਾਂ ਜਿੱਥੋਂ ਮਿਲਦੀ ਹੈ ਲੈ ਲਓ। ਇਹਦੇ ਵਿੱਚ ਇੱਕ ਸੋਚੀ ਸਮਝੀ ਹੋਈ ਸਾਜ਼ਿਸ਼ ਹੈ ਕਿ ਕੋਈ ਐਸਾ ਅਦਾਰਾ, ਕੋਈ ਐਸਾ ਚੀਜ਼ ਰਹਿ ਨਾ ਜਾਵੇ ਜਿੰਦੇ ਵਿੱਚੋਂ ਪ੍ਰਾਈਵੇਟ ਵਪਾਰੀਆਂ ਨੂੰ, ਪ੍ਰਾਈਵੇਟ ਪਲੇਅਰ ਨੂੰ ਵੱਡੀਆਂ ਕਮਾਈਆਂ ਨਾ ਹੋਣ। ਅੱਜ ਟਰੈਕਟਰ ਵੇਖ ਰਹੇ ਨੇ, ਟਰੈਕਟਰ ਦੇ ਉੱਤੇ ਆਡਿਟ ਕਰਨ ਵਾਸਤੇ ਕੋਈ ਵੀ ਅਦਾਰਾ, ਨਾ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ, ਕੋਈ ਨਹੀਂ ਹੈਗਾ ਜੀ। ਵੇਖੋ, ਹਰ ਚੀਜ਼ ਨੂੰ ਆਡਿਟ ਕਰਨ ਵਾਸਤੇ ਇੱਕ ਅਦਾਰਾ ਹੈ ਕਿ ਉਹਦਾ ਕੀ ਰੇਟ ਹੋਵੇਗਾ, ਪਰ ਟਰੈਕਟਰ ਕੀ ਰੇਟ ਹੋਵੇਗਾ ਕੋਈ ਅਦਾਰਾ ਨਹੀਂ ਹੈਗਾ। ਟਰੈਕਟਰ ਦਾ ਰੇਟ ਫੋਰਡ ਆਪ ਤੈਅ ਕਰੇਗਾ, ਟਰੈਕਟਰ ਦਾ ਰੇਟ ਜੌਨ ਡੀਅਰ ਆਪ ਤੈਅ ਕਰੇਗਾ, ਨਿਊ ਹਾਲੈਂਡ ਆਪ ਤੈਅ ਕਰੇਗਾ ਕਿ ਮੈਂ ਟਰੈਕਟਰ ਕਿੰਨੇ ਦਾ ਵੇਚਣਾ। ਅੱਜ ਟਰੈਕਟਰ ਦੀ ਜਿਹੜੀ ਕੀਮਤ ਹੈ 65 ਹਾਰਸ ਪਾਵਰ ਦੀ, ਉਹ 8.5 ਲੱਖ 9 ਲੱਖ ਰੁਪਏ ਤੋਂ ਟੱਪ ਗਈ। ਜਿੰਨੇ ਵੀ ਖੇਤੀ ਲਈ ਸੰਦ ਆਉਂਦੇ ਨੇ ਉਹਨਾਂ ਨੂੰ ਆਡਿਟ ਕਰਨ ਵਾਸਤੇ ਕੋਈ ਵੀ ਅਦਾਰਾ ਨਹੀਂ ਹੈਗਾ, ਕੋਈ ਵੀ ਅਦਾਰਾ ਨਹੀਂ। ਉਹ ਆਡਿਟ ਕਰਨ ਵਾਸਤੇ ਜਦੋਂ ਅਦਾਰਾ ਨਹੀਂ ਹੈਗਾ, ਉਹਨਾਂ ਦੀ ਮਨਮਰਜ਼ੀ ਹੈ, ਤਾਂ ਉਹ ਸਾਰੇ ਸੰਦਾਂ ਦਾ ਜਿਹੜਾ, ਹੁਣ ਤੁਸੀਂ ਇੱਕ ਸਿੱਧਾ ਸਾਦਾ ਰੋਟਾਵੇਟਰ ਹੈ ਜੇ ਸਬਸਿਡੀ ਤੇ ਲੈਣਾ ਤਾਂ 1.5 ਲੱਖ ਨੂੰ ਪਹੁੰਚ ਗਿਆ ਹੈ, ਜਿਹੜਾ 65,000 ਤੋਂ ਅਜੇ 3 ਕੁ ਸਾਲ ਪਹਿਲਾਂ ਹੀ 65 ਤੇ ਸੀ, ਅੱਜ 1.5 ਲੱਖ ਤੇ ਪਹੁੰਚ ਗਿਆ। ਤਾਂ ਇਹ ਜਿਹੜੇ ਜਿਨ੍ਹਾਂ ਤੇ ਆਡਿਟ ਵਾਲੇ ਹੈਗੇ ਨੇ ਅਦਾਰੇ, ਉਹਨਾਂ ਨੂੰ ਵੀ ਇਹਦੇ ਤੋਂ ਬਾਹਰ ਕਰਕੇ ਪ੍ਰਾਈਵੇਟ ਪਲੇਅਰਾਂ ਨੂੰ ਮੁਨਾਫੇ ਦੇਣ ਦੀ ਇੱਕ ਕੋਝੀ ਚਾਲ ਹੈ, ਜਿਹਦੇ ਤੇ ਲੜਨਾ ਪਏਗਾ ਪੰਜਾਬ ਨੂੰ, ਜਿਹਦੇ ਤੇ ਝਗੜਾ ਕਰਨਾ ਪਏਗਾ। ਇਹਦੇ ਤੋਂ ਬਿਨਾਂ
ਇਹ ਪਿੱਛੇ ਹਟਣ ਵਾਲੇ ਨਹੀਂਗੇ। ਮਹਿਮਦ ਸਾਹਿਬ, ਮੇਰਾ ਆਖਰੀ ਸਵਾਲ, ਹਾਲਾਂਕਿ ਕਿਸਾਨੀ ਨੂੰ ਲੈ ਕੇ ਸਵਾਲ ਬਹੁਤ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਫਿਰ ਤੁਹਾਡੇ ਨਾਲ ਚਰਚਾ ਕਰੀਏ। ਆਖਰੀ ਸਵਾਲ ਇਹ ਆ ਕਿ ਤੁਹਾਡਾ ਮੰਨਣਾ ਹੈ ਕਿ ਕਿਸਾਨਾਂ ਨੂੰ ਲੜਨਾ ਪੈਣਾ ਹੈ, ਕਿਸਾਨ ਅੱਗੇ ਆਉਣ, ਪਰ ਕੀ ਕਿਸਾਨ ਜਥੇਬੰਦਕ ਨਹੀਂ, ਜਦੋਂ ਪਿੰਡਾਂ ਦੇ ਵਿੱਚ ਸਰਪੰਚ ਜਾਂ ਬਲਾਕ ਸੰਮਤੀ ਮੈਂਬਰ ਜਾਂ ਪੰਚ ਜਿਹੜੇ ਜਿੰਨੇ ਵੀ ਚੁਣੇ ਉਹੀ ਸਰਕਾਰਾਂ ਦੇ ਨੁਮਾਇੰਦੇ ਨੇ ਜਿਨ੍ਹਾਂ ਨਾਲ ਤੁਹਾਡੇ ਰੋਸ ਨੇ ਤੇ ਇਹ ਸਰਕਾਰ ਤੁਹਾਡੇ ਨਾਲ ਕਿਸ ਤਰ੍ਹਾਂ ਧੋਖਾਧੜੀ ਕਰਦੀਆਂ ਨੇ? ਦੇਖੋ ਜੀ, ਇਸ ਸਮੇਂ ਤੁਸੀਂ ਇੱਕ ਗੱਲ ਮੈਂ ਕਹਿੰਦਾ ਨੋਟ ਕਰੋ ਕਿ ਅੱਜ ਅਸੀਂ ਗਲਾਸ ਅੱਧਾ ਖਾਲੀ ਵੇਖਣਾ ਹੈ ਕਿ ਅੱਧਾ ਭਰਿਆ ਵੇਖਣਾ। ਮੈਨੂੰ ਲੱਗਦਾ ਅੱਜ ਸਾਨੂੰ ਗਲਾਸ ਅੱਧਾ ਭਰਿਆ ਵੇਖਣਾ ਚਾਹੀਦਾ। ਇਹ ਤਾਂ ਅਸੀਂ ਸਾਰੇ ਮੰਨਦੇ ਆ ਨਾ ਕਿ ਪਿਛਲੇ ਸਮੇਂ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ। ਬਿਲਕੁਲ। ਲੋਕਾਂ ਨੇ ਇਹਨਾਂ ਨੂੰ ਪਿੰਡਾਂ ਚ ਆਉਣ ਤੇ ਸਵਾਲ ਕਰਨੇ, ਪਿੰਡਾਂ ਚ ਬੈਨਰ ਲੱਗ ਗਏ ਕਿ ਸਾਡੇ ਪਿੰਡ ਨਾਲ ਵੜੋ। ਬਹੁਤ 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 ਜ਼ਿਆਦਾ ਲੋਕਾਂ ਨੂੰ ਸੂਝ ਆਈ ਤੇ ਫਰਕ ਪਿਆ, ਲੋਕਾਂ ਦਾ ਸੁਭਾਅ ਬਦਲਿਆ। ਜਿਹੜੇ ਅਜੇ ਵੀ ਲੋਕ ਉਹਨਾਂ ਦੇ ਚੁੰਗਲ ਦੇ ਵਿੱਚ ਫਸੇ ਹੋਏ ਨੇ, ਮੇਰਾ ਇਹ ਮੰਨਣਾ ਹੈ ਕਿ ਜਿਹੜਾ ਮਨੁੱਖ ਦੀ ਸਿਰਜਣਾ ਉਹਦਾ ਆਲਾ ਦੁਆਲਾ ਕਰਦਾ। ਸਮਾਜ ਦੇ ਜਿਹੜੇ ਵਿੱਚ ਮਨੁੱਖ ਰਹਿ ਰਿਹਾ ਉਹਦੀ ਸਿਰਜਣਾ ਉਹਦੇ ਹਿਸਾਬ ਨਾਲ ਹੁੰਦੀ ਏ, ਉਹਦੇ ਅਨੁਕੂਲ ਹੀ ਉਹ ਆਪਦੇ ਆਪ ਨੂੰ ਢਾਲਦਾ। ਤਾਂ ਸਾਡਾ ਆਲਾ ਦੁਆਲਾ ਸਿਰਜਿਆ ਕਿੰਨੇ ਆ? ਸਾਡਾ ਆਲਾ ਦੁਆਲਾ ਸਿਰਜਿਆ ਇਹਨਾਂ ਸਿਆਸਤਦਾਨਾਂ ਨੇ, ਜਿਹੜੇ ਆ ਵੋਟ ਪਾਰਟੀਆਂ ਦੇ ਸਿਆਸਤਦਾਨ ਨੇ, ਉਹਨਾਂ ਨੇ ਸਾਡਾ ਆਲਾ ਦੁਆਲਾ। ਇਹਨਾਂ ਪੂੰਜੀਪਤੀਆਂ ਨੇ, ਇਹਨਾਂ ਕਾਰਪੋਰੇਟ ਨੇ, ਟੀਵੀ, ਰੇਡੀਓ, ਅਖਬਾਰਾਂ, ਰਸਾਲੇ, ਸੋਸ਼ਲ ਮੀਡੀਆ, ਇਹਦੇ ਸਾਰੇ ਦੇ ਰਾਹੀਂ ਸਾਡਾ ਆਲਾ ਦੁਆਲਾ ਐਸਾ ਇਹਨਾਂ ਨੇ ਸਿਰਜਿਆ, ਜਿਹਦੇ ਕਰਕੇ ਉਹ ਕਿਸਾਨਾਂ ਦਾ ਦੋਸ਼ ਨਹੀਂ ਹੈਗਾ। ਜਿਹੋ ਜਿਹਾ ਉਹਨਾਂ ਦਾ ਆਲਾ ਦੁਆਲਾ ਸੀ ਉਹੋ ਜਿਹੇ ਢਲ ਗਏ ਨੇ। ਪਾਣੀ ਨੂੰ ਤੁਸੀਂ ਜਿਹੋ ਜਿਹੇ ਗਲਾਸ 'ਚ ਪਾਓਗੇ ਉਹਦਾ ਰੂਪ ਰੰਗ ਉਹੀ ਹੋ ਜਾਂਦਾ। ਤਾਂ ਇਹ ਹੁਣ ਸਾਡਾ ਫਰਜ਼ ਏ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਸਾਚੇ 'ਚੋਂ ਕੱਢ ਕੇ ਆਪਦੇ ਸਾਚੇ 'ਚ ਢਾਲੀਏ। ਜਿਵੇਂ 60% ਅੱਗੇ ਲੋਕਾਂ ਨੂੰ ਆਪਦੇ ਸਾਚੇ 'ਚ ਅਸੀਂ ਢਾਲਿਆ, ਰਹਿੰਦੇ 40% ਨੂੰ ਹੀ ਢਾਲਣਾ ਸਾਡਾ ਕੰਮ ਹੈ ਤੇ ਉਹ ਅਸੀਂ ਢਾਲ ਲਵਾਂਗੇ। ਸੋ ਇਹ ਹਾਲ ਦੀ ਘੜੀ ਇੰਨਾ ਜਿੰਨਾ ਕਰ ਪਾਏ ਆ, ਇੰਨੇ ਤੇ ਸੰਤੁਸ਼ਟੀ ਨਹੀਂ ਹੈਗੀ, ਪਰ ਇੰਨੇ ਤੇ ਮਾਣ ਹੈਗਾ ਹੈ ਕਿ ਅਸੀਂ ਇੰਨਾ ਕੁ ਕਰ ਲਿਆ। ਨਿਸ਼ਚਾ ਰੱਖੋ, ਉਮੀਦ ਰੱਖੋ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਥੋੜਾ ਬਹੁਤਾ ਗੰਦ ਪਿੱਲ ਹੈਗਾ ਵੀ ਹੂੰਜ ਕੇ ਤੇ ਪੂਰਾ ਸੋਹਣਾ ਸੁਥਰਾ ਪੰਜਾਬ ਹੈ ਜਿਹੜਾ ਅਸੀਂ ਉਸਾਰ ਸਕੀਏ, ਇਸੇ ਉਮੀਦ ਨਾਲ ਹੀ ਲੱਗੇ ਹੋਏ ਆ। ਜੀ, ਸ਼ੁਕਰੀਆ ਮਹਿਮਦ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਸਰਦਾਰ ਹਰਨੇਕ ਸਿੰਘ ਮਹਿਮਾ। ਸਵਾਲ ਕਿਸਾਨੀ ਨੂੰ ਲੈ ਕੇ ਅੱਗੋਂ ਵੀ ਹੁੰਦੇ ਰਹਿਣਗੇ, ਉਹਨਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।